एबीसी करो अत्याचार नहीं, एबीसी करो अत्याचार नहीं, एबीसी करो अत्याचार नहीं। महादेव के बच्चों को कैसे मार सकते हो? महादेव के बच्चों को कैसे मार सकते हो? भारत करे यही पुकार, बच्चों को दो अधिकार। भारत करे यही पुकार, बच्चों को दो अधिकार। भारत करे यही पुकार, बच्चों। करो ऊपर करो। जानवरों को दो रोटी दे सकें। जब हम सड़कों पे निकलते हैं, हमें समाज के लोग बुरी तरीके से प्रताड़ित करते हैं, हमें हरास करते हैं और ये बोलते हैं कि अगर आपको रोटी डालने का इतना ही शौक है तो इन्हें घर ले जाओ। और शायद सबने यहाँ पे ये बात सुनी होगी। तो मैं इस समाज को ये मैसेज देना चाहती हूँ कि रोटी डालना हमारा शौक नहीं, हमारी जिम्मेदारी है। और अगर हम सब मिलकर इस जिम्मेदारी को निभाएंगे। हाँ जी सर, मेरा नाम आशिमा है ਤੇ ਸਾਡੀ ਐਨਜੀਓ ਦਾ ਨਾਮ ਪੋਜ਼ਿਟਿਵ ਸੈਂਚੁਰੀ ਹੈ ਜੀ। ਅੱਜ ਦਾ ਪ੍ਰੋਟੈਸਟ ਕੀ ਕਰਨਾ? ਹਾਂਜੀ ਸਰ, ਅੱਜ ਦਾ ਪ੍ਰੋਟੈਸਟ ਅਸੀਂ ਆਪਣੇ ਬੱਚਿਆਂ ਵਾਸਤੇ ਕਰ ਰਹੇ ਹਾਂ। ਬੱਚੇ ਮਤਲਬ ਜਿਹੜੇ ਸਾਡੇ ਸਟ੍ਰੇ ਡੌਗਸ ਹੈ, ਅਸੀਂ ਉਹਨਾਂ ਨੂੰ ਹੀ ਬੱਚੇ ਕਹਿ ਰਹੇ ਹਾਂ। ਤੇ ਸਰ ਦੇਖੋ, ਅਸੀਂ ਰੈਸਕਿਊ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਸਾਡੇ ਕੋਲ ਟੋਟਲ 400 ਦੇ ਕਰੀਬ ਡੌਗਸ ਹੈ ਜਿਹੜੇ ਕਿ ਅਸੀਂ ਰੈਸਕਿਊ ਕਰਦੇ ਹਾਂ। ਤੁਸੀਂ ਕਹਿ ਰਹੇ ਸੀ ਕਿ ਰੇਬੀਜ਼ ਡੌਗ ਦੇ ਮਤਲਬ ਕੇਸਿਸ ਆਉਂਦੇ ਹੈ। ਤੁਸੀਂ ਦੇਖੋ ਸਾਡੇ ਕੋਲ ਇੱਦਾਂ ਦੇ ਕੇਸਿਸ ਆਉਂਦੇ ਹੈ ਸਰ ਕਿ ਜਿਹੜੇ ਡੌਗਸ ਦੀ ਬਲੈਕ ਮੈਜਿਕ ਨਾਲ ਅੱਖਾਂ ਤੱਕ ਕੱਢ ਲੈਂਦੇ ਹੈ। ਇਹ ਸਾਰੇ ਕੰਮ ਕੌਣ ਕਰ ਰਿਹਾ ਹੈ? ਇਨਸਾਨ ਹੀ ਕਰ ਰਿਹਾ ਨਾ। ਡੌਗ ਤਾਂ ਸਿਰਫ ਇੱਕ ਬਾਈਟ ਕਰ ਰਿਹਾ ਹੈ ਨਾ। ਉਹ ਵੀ ਬਾਈਟ ਕਰਨ ਦਾ ਪਿੱਛੋਂ ਦੇ ਕਾਰਨ ਕੀ ਹੈ? ਉਹਨੂੰ ਕਿਸੇ ਨੇ ਪੱਥਰ ਮਾਰਿਆ ਹੈ, ਉਹਦੇ ਕਿਸੇ ਨਾਲ ਕੋਈ ਕਰੂਅਲਟੀ ਕੀਤੀ ਹੈ, ਕੀ ਕੀਤਾ ਉਹਦੇ ਨਾਲ? ਇਹ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਇਹ ਦੇਖੋ ਜੀ, ਇਹ ਸਾਡਾ ਬੱਚਾ ਇੱਕ ਨੂਰ, ਇਹ ਬੱਚਾ ਸਾਡੇ ਕੋਲ ਆਇਆ ਸੀ ਸਰ। ਇਹ ਦੇਖੋ, ਕਿਸੇ ਨੇ ਕਾਲੇ ਜਾਦੂ ਦੇ ਕਾਰਨ ਇਹਦੀਆਂ ਅੱਖਾਂ ਕੱਢ ਲਈਆਂ ਸੀ ਲਾਈਵ। ਜਦੋਂ ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਕਹਿੰਦੇ ਕਿ ਬੇਹੋਸ਼ ਤੱਕ ਨਹੀਂ ਕੀਤਾ ਹੈ ਬੱਚੇ ਨੂੰ। ਤੇ ਬੱਚੇ ਦੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਦੱਸੋ? ਇਹੀ ਗੱਲ ਹੈ ਨਾ। ਤੇ ਐਦਾਂ ਦੇ ਸਾਡੇ ਕੋਲ ਇੱਕ ਕੇਸ ਨਹੀਂ ਸਰ, ਮੇਰੇ ਕੋਲ ਰੋਜ਼ ਦੇ ਮੈਨੂੰ 1000 ਤੋਂ ਪਲੱਸ ਕਾਲਸ ਆਉਂਦੀ ਹੈ। ਲੋਕੀ ਸਿਰਫ ਇੱਕ ਫੋਨ ਕਰਦੇ ਹੈ, ਮੈਮ ਜੀ ਇਹ ਡੌਗ ਪਿਆ ਜੀ, ਇਹ ਚੁੱਕ ਲਓ ਤੇ ਇਹ ਲੈ ਜਾਓ। ਇਸ ਤੋਂ ਬਾਅਦ ਲੋਕਾਂ ਦਾ ਕੰਮ ਖਤਮ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਡੌਗਸ ਆਉਂਦੇ ਸਾਡੇ ਦੇ ਕੋਲ, ਇੱਕ 10 ਮਿੰਟ ਤੁਸੀਂ ਗੱਡੀ ਥੋੜਾ ਤੇਜ਼ ਮਤਲਬ ਹੌਲੀ ਚਲਾ ਲੋਗੇ, ਇੱਕ ਇਹ ਬੱਚੇ ਦੀ ਜਾਨ ਬਚ ਸਕਦੀ ਹੈ। ਪਰ ਰੋਡ ਤੇ ਰੋਜ਼ 100 ਐਕਸੀਡੈਂਟਸ ਹੁੰਦੇ ਜਿਹੜੇ ਕੁੱਤੇ ਇਸ ਤਰ੍ਹਾਂ ਹੀ ਮਰ ਜਾਂਦੇ ਆ। ਪਰ ਅਸੀਂ ਉਹਨਾਂ ਨੂੰ ਪਨਾਹ ਦਿੰਦੇ ਹਾਂ। ਤੁਸੀਂ ਇੱਕ ਵਾਰੀ ਸਾਡੇ ਸ਼ੈਲਟਰ ਆਓ, ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਰਿਐਲਿਟੀ ਚੈੱਕ ਕੀ ਹੈ। ਤੇ ਤੁਸੀਂ ਤੇ ਕਹਿ ਰਹੇ ਹੋ ਆਪਣੇ ਹੱਕ ਦੇ ਵਿੱਚ ਜੋ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਪਰ ਸਰਕਾਰ ਕੋਲ ਇਨਫਰਾਸਟ੍ਰਕਚਰ ਕੀ ਹੈ ਇਹਨਾਂ ਵਾਸਤੇ? ਕੋਈ ਸ਼ੈਲਟਰ ਹੋਮ ਹੋਣ ਤਾਂ ਬੰਦਾ ਸੋਚੇ ਵੀ ਕਿ ਹਾਂਜੀ ਠੀਕ ਹੈ, ਪਰ ਸਰਕਾਰ ਕੋਲ ਇੱਦਾਂ ਕੁਝ ਹੈ ਹੀ ਨਹੀਂ ਹੈ। ਇਹ ਤੇ ਸਿਰਫ ਜਿਹੜੇ ਓਰੀਜਨਲ ਮੁੱਦਾ ਹੈ ਉਹਨਾਂ ਨੂੰ ਬਸ ਭਟਕਾਉਣ ਦਾ ਜਿਹੜਾ ਇੱਕ ਜ਼ਰੀਆ ਹੈ। ਮੰਗ ਕੀ ਕਰਦੇ ਹੋ ਸਰਕਾਰ? ਮੰਗ ਇਹੀ ਕਰ ਰਹੇ ਹਾਂ ਸਰ, ਜੇ ਤੁਸੀਂ ਡੌਗਸ ਵਾਸਤੇ ਕੁਝ ਸ਼ੈਲਟਰ ਹੋਮਸ ਖੋਲ੍ਹਣਾ ਚਾਹੁੰਦੇ ਹੋ ਤੇ ਪਹਿਲੇ ਸਾਨੂੰ ਦਿਖਾਓ ਕਿ ਵਾਕਈ ਤੁਸੀਂ ਉਹਨਾਂ ਦੀ ਕੇਅਰ ਕਰੋਗੇ ਜਾਂ ਕੁਝ ਕੀ ਹੈ। ਜਦ ਤੱਕ ਜੇ ਨਹੀਂ ਹੈ ਤੇ ਅਸੀਂ ਇੱਦਾਂ ਆਪਣੇ ਬੱਚਿਆਂ ਨੂੰ ਚੁੱਕਣ ਨਹੀਂ ਦੇਵਾਂਗੇ ਜੀ। मेरा नाम अनीत छिन्ना और एनजीओ का नाम एनिमल वेलफेयर चैरिटेबल ट्रस्ट और मेन एम साडी एनजीओ का आ एनिमल बर्थ कंट्रोल प्रोग्राम जो कि असी 2020 तो कर रहे हैं। और ऑलमोस्ट 30,000 प्लस डॉग्स असी हुण 6 साल के स्टरलाइज करते हैं और साडा जिहड़ा ये मिशन है इट्स कंटिन्यू। ਜਿਹੜਾ ਸਰਕਾਰ ਵੱਲੋਂ ਇਹ ਫੈਸਲਾ ਦਿੱਤਾ ਗਿਆ ਵਾ ਹਾਈ ਕੋਰਟ ਵੱਲੋਂ, ਕੀ ਇਸ ਫੈਸਲੇ ਵਿੱਚ ਅਸੀਂ ਇਹਦੇ ਹੱਕ 'ਚ ਨਹੀਂ ਹੈਗੇ ਫੈਸਲੇ ਦੇ। ਮੇਨ ਜਿਹੜਾ ਆ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਹੀ ਇਹਦਾ ਸੋਲੂਸ਼ਨ ਹੈ। ਪੋਪੂਲੇਸ਼ਨ ਨੂੰ ਅਗਰ ਅਸੀਂ ਕੰਟਰੋਲ ਕਰ ਲਾਂਗੇ, ਥੋੜ੍ਹੇ ਡੌਗਸ ਹੋਣਗੇ, ਹੈਲਦੀ ਲਾਈਫ ਹੋਏਗੀ, ਲੋਕ ਵੀ ਉਹਨਾਂ ਨੂੰ ਫੀਡ ਕਰ ਸਕਣਗੇ। ਔਰ ਜਿਹੜਾ ਸੁਪਰੀਮ ਕੋਰਟ ਨੇ ਇਹ ਕਿਹਾ ਆ ਕਿ ਅਗਰੈਸਿਵ ਡੌਗਸ ਨੂੰ ਉੱਥੋਂ ਲੋਕੈਲਿਟੀਜ਼ ਤੋਂ ਹਟਾਉਣਾ, ਉਹ ਫੈਸਲਾ ਠੀਕ ਹੈ ਉਹਦੇ ਲਈ। ਪਰ ਗਵਰਨਮੈਂਟ ਨੂੰ ਪਹਿਲਾਂ ਸ਼ੈਲਟਰਸ ਬਣਾਉਣੇ ਚਾਹੀਦੇ ਨੇ। ਅਗਰ ਇੱਕ ਕਲੋਨੀ ਦੇ ਵਿੱਚ 10 ਡੌਗਸ ਨੇ, ਅਗਰ ਇੱਕ ਅਗਰੈਸਿਵ ਡੌਗ ਹੈ ਤੇ ਉਹਨੂੰ ਉੱਥੋਂ ਚੁੱਕ ਲੈਣਾ ਚਾਹੀਦਾ ਆ। ਉਹਦੇ ਅਸੀਂ ਅਗੇਂਸਟ ਨਹੀਂ ਹੈਗੇ, ਲੇਕਿਨ ਜਿਹੜੇ ਬਾਕੀ 9 ਹੈਗੇ ਆ ਨਾ, ਉਹਨਾਂ ਨੂੰ ਉਹਨਾਂ ਦੇ ਨਾਲ
ਲੈ ਕੇ ਨਹੀਂ ਚੱਲਣਾ ਚਾਹੀਦਾ ਕਿ ਅਗਰ ਇਹ ਇੱਕ ਗਲਤ ਹੈ ਤੇ 9 ਵੀ ਗਲਤ ਹੋਣਗੇ। ਇੱਕ ਪਾਲਤੂ ਡੌਗ ਹੈ, ਇੱਕ ਜਿਹੜੇ ਸੜਕਾਂ ਤੇ ਘੁੰਮ ਰਹੇ ਅਵਾਰਾ ਡੌਗ ਹੈ, ਹਾਂਜੀ, ਦੋਵਾਂ 'ਚ ਫਰਕ ਕੀ ਹੈ ਤੇ ਕੀ ਕਹਿਣਾ ਚਾਹੋਗੇ? ਜਿਹੜੇ ਪਾਲਤੂ ਡੌਗ ਨੇ, ਬਰੀਡ ਡੌਗਸ ਦੀ ਗੱਲ ਕਰ ਰਹੇ ਹੋ ਤੁਸੀਂ ਪਿਟਬੁਲ ਨੇ, ਈਵਨ ਛੋਟਾ ਜਿਹਾ ਪਮੇਰੀਅਨ ਡੌਗ ਹੈ ਉਹ ਵੀ ਹੱਥ ਨਹੀਂ ਲਵਾਉਂਦਾ ਕਿਸੇ ਦਾ। ਈਵਨ ਕਿ ਜਿਹੜੇ ਲੈਬਰਾਜ਼ ਨੇ, ਜਿੰਨੇ ਵੀ ਜਰਮਨ ਸ਼ੈਫਰਡ ਨੇ, ਤੁਸੀਂ ਉਹਨਾਂ ਨੂੰ ਹੱਥ ਲਗਾ ਹੀ ਨਹੀਂ ਸਕਦੇ। ਮੈਂ ਇਹ ਮਤਲਬ ਕਿ 101% ਗਰੰਟੀ ਨਾ ਕਹਿ ਸਕਦੀ। ਲੇਕਿਨ ਜਿਹੜਾ ਸਟਰੀਟ ਡੌਗ ਹੈਗਾ ਆ, ਜਿਹਨੂੰ ਤੁਸੀਂ ਅਵਾਰਾ ਕਹਿ ਰਹੇ ਹੋ ਨਾ, ਉਹਨੂੰ ਇੱਕ ਟਾਈਮ ਤੁਸੀਂ ਇੱਕ ਦਿਨ ਕਿ 2 ਦਿਨ ਖਾਣਾ ਖਵਾ ਦਿਓ, ਉਹ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨੂੰ ਹੱਥ ਲਗਾਓ, ਉਹ ਤੁਹਾਡਾ ਖਹਿੜਾ ਹੀ ਨਹੀਂ ਛੱਡੇਗਾ। ਇਹ ਫਰਕ ਆ ਬਰੀਡ ਡੌਗਸ ਔਰ ਸਟਰੇ ਡੌਗਸ ਦੇ ਵਿੱਚ। ਇਹੀ ਫਰਕ ਹੈ, ਸਟਰੇ ਡੌਗਸ ਜ਼ਿਆਦਾ ਲਵਿੰਗ ਨੇ, ਤੁਹਾਡੇ ਸਿੰਸੀਅਰ ਨੇ, ਇੰਟੈਲੀਜੈਂਟ ਨੇ। ਲੇਕਿਨ ਜਿਹੜੇ ਬਰੀਡ ਡੌਗਸ ਹੈਗੇ ਨੇ ਉਹ ਸਿਰਫ ਸ਼ੋਅ ਆ ਕਿ ਪੈਸੇ ਦਿਓ, ਬਰੀਡ ਡੌਗਸ ਲੈ ਆਓ ਔਰ ਬਸ ਉਹਨਾਂ ਨੂੰ ਇੱਕ ਜਿਹੜਾ ਸਟੇਟਸ ਸਿੰਬਲ ਹੈਗਾ ਆ ਕਿ ਸਾਡੇ ਕੋਲ ਜੀ ਇਸ ਬਰੀਡ ਦਾ ਡੌਗ ਹੈ। ਜਿਹੜੇ ਤੁਸੀਂ ਖਤਰਨਾਕ ਕਹਿ ਰਹੇ ਹੋ, ਉਹਨਾਂ ਤੋਂ ਹੀ ਇਹ ਮੁੱਦਾ ਜਿਹੜਾ ਉੱਠਿਆ ਸੀ, ਉਹਨਾਂ ਡੌਗਾਂ ਨੂੰ ਲੈ ਕੇ, ਉਹ ਖਤਰਨਾਕ ਡੌਗਾਂ ਦਾ ਕੀ ਕਰਦਾ ਹੈ? ਕਿੰਨੇ ਨੇ ਖਤਮ ਜਿਹੜਾ ਆ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਜਾਂ ਗਵਰਨਮੈਂਟ ਨੇ ਕਦੀ ਇਹ ਚੀਜ਼ ਦੇਖੀ ਆ? ਕॉलोनीज़ ਦੇ ਵਿੱਚ, ਲੋਕੈਲਿਟੀਜ਼ ਦੇ ਵਿੱਚ ਜਾ ਕੇ ਜਿਹੜਾ ਆ ਕਦੀ ਦੇਖਿਆ ਕਿ ਅਗਰ ਉੱਥੇ 10 ਡੌਗ ਨੇ, 20 ਡੌਗ ਨੇ, ਇਹਨਾਂ 'ਚੋਂ ਖਤਰਨਾਕ ਕਿੰਨੇ ਨੇ? 20 ਡੌਗਸ ਦੇ ਵਿੱਚ ਅਗਰ ਇੱਕ ਖਤਰਨਾਕ ਹੈ ਤੇ ਬਾਕੀ 19 ਨੂੰ ਕਿਉਂ ਉਹਨਾਂ ਦੇ ਨਾਲ ਲਪੇਟਿਆ ਜਾ ਰਿਹਾ? ਕਾਊਂਟ ਹੀ ਹੈ ਨਹੀਂ ਆ। ਜਸਟ ਇੱਕ ਗੱਲ ਹੈ ਕਿ ਆਹ ਖਤਰਨਾਕ ਨੇ ਡੌਗ, ਇਹਨਾਂ ਨੂੰ ਚੁੱਕ ਲਓ, ਹੈ ਹੀ ਨਹੀਂ ਖਤਰਨਾਕ। ਪਰ ਜਿਹੜਾ ਹੈ ਉਹਨੂੰ ਚੁੱਕਣਾ ਚਾਹੀਦਾ ਹੈ, ਪਰ ਸ਼ੈਲਟਰ ਹੋਮ ਤੇ ਬਣਾ ਲੈਣ। ਕਿੱਥੇ ਰੱਖਣਾ ਚੁੱਕ ਕੇ ਉਹਨਾਂ ਨੂੰ? ਥੋੜੇ ਜਿਹੇ ਦਿਨ ਪਹਿਲੇ ਹੀ ਇੱਕ ਵੀਡੀਓ ਵਾਇਰਲ ਹੋਈ ਸੀ, 8 ਸਾਲ ਦੀ ਲੜਕੀ ਨੂੰ ਇੱਕ ਡੌਗ ਨੇ ਬੜੀ ਤਰ੍ਹਾਂ ਕੁੱਟ ਲਿਆ, ਬੜੀ ਤਰ੍ਹਾਂ ਉਸਨੂੰ ਜਿਹੜਾ ਉਹ ਤੋੜਿਆ ਉਹ ਲੜਕੀ। ਸਰ ਵੀਡੀਓਜ਼ ਤੇ ਹੋਰ ਵੀ ਬੜੀਆਂ ਵਾਇਰਲ ਹੁੰਦੀਆਂ ਨੇ, ਉਹ ਕਿਉਂ ਨਹੀਂ, ਉਹਦਾ ਮੁੱਦਾ ਕਿਉਂ ਨਹੀਂ ਚੁੱਕਿਆ? ਪਹਿਲੀ ਗੱਲ ਤੇ ਪੇਰੈਂਟਸ ਨੇ 8 ਸਾਲ ਦੇ ਬੱਚੇ ਨੂੰ ਬਾਹਰ ਕਿੱਦਾਂ ਕੱਢਿਆ? ਡੌਗਸ ਤੋਂ ਖਤਰਾ, ਹਿਊਮਨਸ ਤੋਂ ਵੀ ਤਾਂ ਉਨਾ ਹੀ ਖਤਰਾ ਹੈ ਨਾ। ਕਿਡਨੈਪਿੰਗ ਦੇ ਕਿੰਨੇ ਕੇਸਿਸ ਹੈਗੇ ਆ? ਉਹ ਕੁੜੀ ਹੈ, ਅਗਰ ਉਹਨੂੰ ਕੱਢਿਆ, ਪੇਰੈਂਟਸ ਕਿੱਥੇ ਸੀਗੇ? ਕਿਉਂ ਨਹੀਂ ਉਹਦੀ ਨਿਗਰਾਨੀ ਕੀਤੀ ਗਈ? ਤੇ ਬਾਕੀ ਜਿਹੜੀ ਹੈ ਇਹਨਾਂ ਦੀ ਡੌਗਸ ਦੇ ਉੱਤੇ ਜਿਹੜੀ ਕ੍ਰੂਐਲਿਟੀ ਹੁੰਦੀ ਹੈ ਉਹ ਕਦੀ ਕਿਸੇ ਨੂੰ ਨਜ਼ਰ ਨਹੀਂ ਆਈ। ਤੁਹਾਡੇ ਕੋਲ ਇਸ ਵੇਲੇ ਕਿੰਨੇ ਡੌਗ ਜਿਹੜੇ ਤੁਹਾਡੇ ਦੇਖ ਰਹੇ ਕਿ ਤੁਹਾਡੀ ਐਨਜੀਓ ਦੇ ਨਾਲ ਤੁਸੀਂ ਉਹਨਾਂ ਦੀ ਸੇਵਾ ਕਰਦੇ? ਸਰ ਮੇਰਾ ਕੰਮ ਸਿਰਫ ਸਟਰਲਾਈਜੇਸ਼ਨ ਹੈ ਤੇ ਅਸੀਂ 30,000 ਤੋਂ ਉੱਪਰ ਡੌਗ 6 ਸਾਲ ਦੇ ਵਿੱਚ ਸਟਰਲਾਈਜ਼ ਕਰਤੇ ਨੇ। ਰੋਜ਼ ਦੇ ਜਦੋਂ ਸੇ ਮੇਰੇ ਕੋਲ ਟੈਂਡਰ ਸੀਗਾ, ਆਲਮੋਸਟ 40 ਡੌਗ, 40-45 ਡੌਗ ਅਸੀਂ ਰੋਜ਼ ਸਟਰਲਾਈਜ਼ ਕਰੀਦੇ ਸੀ। ਹੁਣ ਟੈਂਡਰ ਖਤਮ ਹੈ, ਲੇਕਿਨ ਅਸੀਂ ਆਪਣੇ ਤੌਰ ਤੇ 25+ ਡੌਗ ਜਿਹੜੇ ਆ ਰੋਜ਼ ਸਟਰਲਾਈਜ਼ ਕਰਦੇ। ਸੁਪਰੀਮ ਕੋਰਟ ਨੇ ਅਗਰ ਕਿਹਾ ਹੈ ਕਿ ਇਹ ਕੰਮ ਕਰਨਾ ਹੈ ਤੇ ਉਹਨੂੰ ਫਿਰ ਕਰਵਾਉਣਾ ਚਾਹੀਦਾ ਹੈ ਨਾ। ਜਸਟ ਇੱਕ ਆਰਡਰ ਦੇ ਦਿੱਤਾ ਕਿ ਸ਼ੈਲਟਰ ਡੌਗ ਨੂੰ ਸ਼ੈਲਟਰ ਹੋਮ 'ਚ ਰੱਖਣਾ, ਪਰ ਉਹ ਬਣਵਾਉਣ ਫਿਰ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਤੁਸੀਂ ਪਹਿਲਾਂ ਸ਼ੈਲਟਰ ਹੋਮ 'ਚ ਬਣਾਓ। ਹਵਾ ਦੇ ਵਿੱਚ ਕਿਸ ਤਰ੍ਹਾਂ ਮੈਨੂੰ ਦੱਸੋ ਨਾ, ਡੌਗ ਇੱਥੇ ਆ ਤੁਰੇ ਕਰ ਰਹੇ ਆ, ਅਗਰ ਤੁਸੀਂ ਮੈਨੂੰ ਕਹਿ ਦਿਓ ਮੈਡਮ ਇਹਨੂੰ ਚੁੱਕ ਕੇ ਸ਼ੈਲਟਰ ਹੋਮ ਤੇ ਕਿੱਥੇ ਲੈ ਕੇ ਜਾਵਾਂ? ਕਿਹੜਾ ਸ਼ੈਲਟਰ ਹੋਮ ਹੈਗਾ ਹੈ ਜਿੱਥੇ ਮੈਂ ਇਹਨਾਂ ਨੂੰ ਰੱਖਣਾ ਚਾਹੁੰਦਾ? ਉਹ ਕਹਿਣ ਦਾ ਮਤਲਬ ਕਿ ਜੀ ਠੀਕ ਲੱਗੇਗਾ, ਗਲਤ ਲੱਗੇਗਾ, ਉਹਦਾ ਕੋਈ ਬਣਾਉਣ ਲਈ ਪਲੇਟਫਾਰਮ ਨਹੀਂ। ਉਹਦਾ ਰਿਜ਼ਲਟ ਇਹ ਹੋ ਗਿਆ ਆ ਕਿ ਐਨੀਮਲਸ ਔਰ ਐਨੀਮਲ ਹੇਟਰਸ ਉਹਨਾਂ 'ਚ ਕਲੈਸ਼ ਹੋ ਗਿਆ। ਇਹ ਪਹਿਲਾਂ ਨਹੀਂ ਸੀ ਹੁੰਦਾ, ਸਭ ਤੋਂ 1-2 ਸਾਲ ਤੋਂ ਅਸੀਂ ਨੋਟ ਕਰ ਰਹੇ ਹਾਂ ਕਿ ਇਹ ਕਲੈਸ਼ ਜ਼ਿਆਦਾ ਹੋ ਗਿਆ ਇੰਨੇ ਸਾਲਾਂ। ਹਾਂਜੀ, ਮੰਗ ਕੀ ਮੰਗ ਅਸੀਂ ਇਹ ਕਰ ਰਹੇ ਹਾਂ ਕਿ ਸ਼ੈਲਟਰ ਹੋਮਸ ਬਣਾਉਣੇ ਚਾਹੀਦੇ ਨੇ ਸਿਰਫ ਦੇ ਲਈ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਆ। ਜਿਹੜੇ ਆ ਫੀਡ ਕਰ ਰਹੇ ਆ, ਫ੍ਰੀ ਦੇ ਫੀਡਰਸ ਮਿਲੇ ਹੋਏ ਗਵਰਨਮੈਂਟ ਨੂੰ, ਗਵਰਨਮੈਂਟ ਦਾ ਖਰਚਾ ਘਟਿਆ ਹੋਇਆ। ਹਜ਼ਾਰਾਂ ਰੁਪਏ ਜਿਹੜੇ ਫੀਡਰਸ ਆਪਣੀ ਪਾਕਟ ਦੇ ਵਿੱਚੋਂ ਦੇ ਖਾਣਾ ਖਵਾ ਰਹੇ ਆ, ਉਹਨਾਂ ਡੌਗਸ ਨੂੰ ਰਹਿਣ ਦਿੱਤਾ ਜਾਣਾ ਚਾਹੀਦਾ। ਸਟਰਲਾਈਜੇਸ਼ਨ ਹੋਣੀ ਚਾਹੀਦੀ ਆ ਤਾਂ ਕਿ 5, 7, 8 ਸਾਲਾਂ ਦੇ ਵਿੱਚ ਪੋਪੂਲੇਸ਼ਨ ਕੰਟਰੋਲ ਹੋ ਜਾਵੇ। सर मेरा नाम सन्या गुप्ता है, सना। ये प्रोटेस्ट हमने आज इसीलिए किया है क्योंकि हमारी कुछ मांगे हैं सुप्रीम कोर्ट से। सबसे बड़ी बात, सबसे पहले मैं ये बोलना चाहती हूँ सर, नवंबर में जो SOP निकाली है सुप्रीम कोर्ट ने, जिसे उन्होंने बैलेंस अप्रोच का नाम दिया है, उसमें वो उन्होंने क्या कहा कि डॉग्स को उठाओ हॉस्पिटल से, स्कूल से, सभी बिल्डिंग से डॉग्स उठाओ और उनको रीलोकेट कर दो, उनको शेल्टर्स में डाल दो। और ये सब करने के लिए उन्होंने कहा कि ABC रूल को फॉलो करो। ABC रूल क्या कहता है सर कि डॉग्स को
स्टरलाइज करो, वैक्सीनेट करो और वापस अपनी जगह पे छोड़ दो। तो सर सबसे पहले तो ये बैलेंस्ड अप्रोच नहीं है, हमें ये SOP बिल्कुल हम इसको एक्सेप्ट नहीं करते। और सर दूसरा जो PCA एक्ट की अमेंडमेंट हम चाहते हैं, जो 1960 में PCA एक्ट निकला था सर, उसमें डॉग्स की क्रुएलिटी के लिए सिर्फ 50 रुपीज़ फाइन है। सर 50 रुपीज़ क्या जानवर की कीमत इतनी कम है? जो मुर्गा भी होता है ना वो भी सर 250 रुपये किलो बिकता है। तो एक बेज़बान कुत्ता जो सबसे वफादार माना गया है उसको मारने की सज़ा 50 रुपये। सर 2022 में BJP ने पार्लियामेंट में बिल पास करवाया और ये कहा कि फ़ाइन को 50 रुपीज़ से बढ़ाकर 1 लाख तक किया जाए। सर आज इस बात को 4 साल हो गए हैं, अभी तक ये जो लॉ है ये इम्प्लीमेंट नहीं हुआ, क्योंकि मुद्दे हमेशा भटकते गए, कभी वॉर की तरफ, कभी सिलेंडर की तरफ, और वो जो कागज़ हैं आज भी वहीं पे हैं। हम चाहते हैं कि फाइन्स को बढ़ाएं, पनिशमेंट दें, जो भी एनिमल्स के ऊपर क्रुएलिटी करता है उसके लिए कम से कम 1 लाख तक फ़ाइन होगा, तभी सर क्रुएलिटी रुकेगी। और तीसरी जो सबसे इम्पॉर्टेंट चीज़ है वो है सर ABC प्रोग्राम। ABC प्रोग्राम को स्ट्रेंथन करने की बहुत ज़रूरत है, क्योंकि सर जब डॉग्स की पॉपुलेशन कंट्रोल होगी तो जहाँ 100 कुत्ता है वहाँ पे 2 या 4 कुत्ते होंगे, ठीक है। एक तो उनकी फीडिंग अच्छे से होगी सर, जब कुत्ते का पेट भरा होगा ना तो वो कभी भी किसी पे अटैक नहीं करेगा। जब इनकी पॉपुलेशन कंट्रोल रहेगी सर तो इनको मैनेज करना डॉग्स को इजी हो जाएगा। जहाँ 100 कुत्तों को रोटी डाल रहे हैं वहाँ 2 कुत्ते रह जाएंगे। फीडर्स के लिए भी इजी, क्योंकि सरकार तो सर बिल्कुल मदद नहीं करती। जितने भी लोग हैं वो अपनी पॉकेट से, जितने भी फीडर्स हैं सर अपनी पॉकेट से इनको रोटी देते हैं, इनकी वैक्सीनेशन करवाते हैं, इनकी स्टरलाइजेशन करवाते हैं। तो हम सिर्फ सरकार से इतना चाहते हैं कि वो शेल्टर होम्स बनाने की बजाय, जो सर शेल्टर होम्स नहीं है ये डेथ हाउसेस हैं, क्योंकि सर हर डॉग की एक अपनी रिक्वायरमेंट, एक नीड होती है सर। डॉग्स कभी भी शेल्टर के पीछे नहीं रह सकते। पहली बात ये सर कि जो डॉग्स एक साथ रहेंगे उनसे जो बीमारियां हैं, जो ज़ूनोटिक डिजीज़ हैं वो इंसान तक फैलेंगी, जैसे कोविड में हुआ। सर इनके साथ साथ हमें भी बीमारियों का सामना करना पड़ेगा। तो सर ये शेल्टर होम्स की जो मांग है ये हम इसको बिल्कुल स्वीकार नहीं करेंगे। कोई समय होता था कि जब डॉग को दरवेश कहते थे, बिल्कुल आज कैसे? सर दरवेश तो ये आज भी हैं और हम सबके लिए ये आज भी दरवेश हैं। किन लोगों के लिए? फिर उन लोगों के लिए सर उन लोगों के लिए सर जो इंसान है, जिनके अंदर इंसानियत है। सर हम सब जो हैं आज हम यहाँ इकट्ठे हुए हैं क्योंकि सर हम इंसान हैं, हम सभी जीवों से प्यार करते हैं। हम इंसानों से भी प्यार करते हैं, हम बेजुबानों से भी प्यार करते हैं। सर इन्होंने अपनी रोटी, अपनी ज़मीन इंसानों को दी, और एक इंसान क्या कर रहा है, एक 2 रोटी तक इनको दे नहीं सकता। इतनी नफरत सर, इतनी नफरत हमें मंजूर नहीं। जो लोग हैं, जिनके जो डॉग हैं उनको कोई प्रॉब्लम होती है जैसे काटने की या और कोई होती है इन्फेक्शन वगैरह, क्या उन चीज़ों को देखते हुए सरकार ने ये फैसला लिया है उनको भी कोई ऐसा केयर करनी चाहिए कि लोगों पर अटैक जो है कम हो? अटैक तो आवारा ही करते हैं ना, जो गलियों में घूमते हैं, जो बिल्कुल पर्सनली जो अपनी देख में रखते हैं लोगों को, वो उनको तो कोई डर ही नहीं है उनसे। सर हमारे पास, हम सबके पास, यहाँ पे सबके पास शायद 3, 4, 5, मेरे पास 9 डॉग्स हैं इंडी। सर कभी किसी ने अटैक नहीं किया। मेरा 6 महीने का बच्चा था, अब वो 3 साल का हो गया है। सर वो डॉग्स के मुंह में हाथ डालता है, उनके साथ इतना खेलता है, कभी किसी डॉग ने अटैक। हमें डॉग्स क्यों नहीं अटैक करते? सर जो डॉग्स अटैक करते हैं उसके पीछे उनका बहुत बड़ा ट्रॉमा होता है सर, उनको ट्रॉमेटाइज किया जाता है बचपन से। हम माँ बाप अपने बच्चे उठ के दे मार पत्थर, लाठी मार। सर जब माँ बाप अपने बच्चों को ये एक शिक्षा ही नहीं दे सकते कि उनको, बच्चों को अपने अंदर कंपैशन रखना चाहिए, बेजुबानों के प्रति दया रखनी चाहिए, तो सर ये किस बात का हिंदुस्तान हुआ? मांग क्या करते हैं? सर मांग हमारी यही है कि पहले तो हम जो शेल्टर्स हैं, हमें ये शेल्टर्स बनाने की, जो सुप्रीम कोर्ट ने कहा, हमें ये बिल्कुल मंजूर नहीं है। हम SOP हमें बिल्कुल एक्सेप्ट नहीं करते और PCA एक्ट को अमेंड करना चाहते हैं, यही हमारी मांग है।